हाँ हाँ जी प्यारे विद्यार्थियों, ਤੁਹਾਡੇ ਸਾਰਿਆਂ ਦਾ ਮੇਰੇ YouTube ਚੈਨਲ ਮੈਥਮੈਟਿਕਸ ਮੇਡ ਈਜ਼ੀ ਤੇ ਸਵਾਗਤ ਹੈ। ਅੱਜ ਦਾ ਲੈਕਚਰ ਹੈ ਜਿਹੜਾ +2 ਕਲਾਸ ਦਾ ਆਪਾਂ 5th ਚੈਪਟਰ ਕੰਟੀਨਿਊਟੀ ਐਂਡ ਡਿਫਰੈਂਸ਼ੀਏਬਿਲਟੀ ਉਹਦੇ ਉੱਪਰ ਬੇਸਡ ਹੈ। ਤੁਸੀਂ ਕੁਐਸਚਨ ਨੰਬਰ 17 ਤੱਕ ਕਰ ਲਏ ਸੀਗੇ। ਆਪਾਂ 18th ਆਉਣ ਵਾਲਾ ਜਿਹੜੇ ਉਹ ਸ਼ੁਰੂ ਕਰਨੇ ਆ ਅੱਜ। ਇਹਦੇ ਵਿੱਚ ਸਭ ਤੋਂ ਪਹਿਲਾਂ ਕੁਐਸਚਨ ਨੰਬਰ 18 ਹੈ। ਇਹਦੇ ਵਿੱਚ ਆਪਾਂ ਲੈਮਡਾ ਦੀ ਵੈਲਿਊ ਫਾਈਂਡ ਕਰਨੀ ਹੈ। ठीक है, ये ਤੁਹਾਡੇ ਸਕਰੀਨ ਦੇ ਉੱਪਰ ਆ ਰਿਹਾ ਹੋਣਾ ਕੁਐਸਚਨ fx is equals to lambda x square minus 2x if x is less than or equal to 0, 4x plus 1 if x is greater than 0। ਇਹ ਫੰਕਸ਼ਨ ਆਪਾਂ ਨੂੰ ਕੰਟੀਨਿਊਸ ਗਿਵਨ ਐਟ x equal to 0। ਠੀਕ ਹੈ, ਇਹ ਬੱਚੇ ਕੰਟੀਨਿਊਸ ਗਿਵਨ ਹੈ, ਇਟ ਮੀਨ ਜਿਹੜੀ ਲੈਫਟ ਹੈਂਡ ਲਿਮਟ ਹੈ ਤੇ ਰਾਈਟ ਹੈਂਡ ਲਿਮਟ ਹੈ ਐਟ x equal to 0 ਇਕੁਅਲ ਹੋਊਗੀ ਤੇ f0 ਦੀ ਵੈਲਿਊ ਵੀ ਇਕੁਅਲ ਹੋਊਗੀ। ਇਹ ਤਿੰਨ ਚੀਜ਼ਾਂ ਆਪਾਂ ਲੈਫਟ ਹੈਂਡ ਲਿਮਟ ਇਜ਼ ਇਕੁਅਲਸ ਟੂ ਰਾਈਟ ਹੈਂਡ ਲਿਮਟ ਇਜ਼ ਇਕੁਅਲਸ ਟੂ f0 ਇਹ ਤਿੰਨੇ ਇਕੁਅਲ ਰੱਖ ਕੇ ਇਹਨਾਂ ਨੂੰ ਸੋਲਵ ਕਰ ਲੈਣਾ। ਠੀਕ ਹੈ, ਤੇ ਉਸ ਤੋਂ ਬਾਅਦ ਆਪਣੇ ਕੋਲੇ ਲੈਮਡਾ ਦੀ ਵੈਲਿਊ ਆ ਜੂਗੀ। ਇਹਦਾ ਮੈਂ ਸੋਲੂਸ਼ਨ ਤੁਹਾਨੂੰ ਦਿਖਾ ਦਿੰਦਾ। ਠੀਕ ਹੈ, ਇਹ ਦੇਖ ਲਓ ਤੁਸੀਂ ਕੁਐਸਚਨ ਕਿਵੇਂ ਕਰਨਾ। ਹਾਂ, f ਆਪਾਂ ਨੂੰ ਕੰਟੀਨਿਊਸ ਗਿਵਨ ਆ ਆਸ fx ਆਪਣੇ ਕੋਲੇ। ਸੋ ਪਹਿਲੀ ਚੀਜ਼ ਦਾ ਬੱਚੇ ਆਹ ਲਿਮਟ x ਅਪਰੋਚਸ ਟੂ 0। ਇਹ ਜਿਹੜੀ ਮੈਂ ਹਾਈਲਾਈਟ ਕੀਤੀ ਹੈ। ਠੀਕ ਹੈ, ਇੱਕ ਤਾਂ ਆਪਣੇ ਕੋਲ ਇਹ ਹੋਊਗੀ। ਇਹ ਸਭ ਤੋਂ ਪਹਿਲਾਂ ਆਪਾਂ ਲੈਫਟ ਹੈਂਡ ਲਿਮਟ ਕੈਲਕੂਲੇਟ ਕਰ ਲਈਏ। ਇਹਨਾਂ ਨੇ ਸਾਰੀਆਂ ਇਕੱਠੀਆਂ ਕੀਤੀਆਂ, ਤੁਸੀਂ ਅਲੱਗ-ਅਲੱਗ ਵੀ ਕਰ ਸਕਦੇ ਹੋ। ਲੈਫਟ ਹੈਂਡ ਲਿਮਟ ਅਲੱਗ ਤੋਂ, ਰਾਈਟ ਅਲੱਗ ਤੋਂ ਤੇ f0 ਅਲੱਗ ਤੋਂ, ਬਾਅਦ 'ਚ ਤਿੰਨਾਂ ਨੂੰ ਇਕੁਅਲ ਰੱਖ ਲੈਣਾ। ਠੀਕ ਹੈ, ਇੱਥੇ ਹੁਣ ਆਹ ਦੇਖੋ, ਹਾਂ ਲਿਮਟ x ਅਪਰੋਚਸ ਟੂ 0 ਨੈਗੇਟਿਵ। 0 ਨੈਗੇਟਿਵ ਵਾਲੇ ਕੇਸ ਦੇ ਵਿੱਚ ਆਪਣੇ ਕੋਲੇ ਕੀ ਆ, ਫੰਕਸ਼ਨ ਦੀ ਵੈਲਿਊ ਕੀ ਆਊਗੀ, ਲੈਮਡਾ x ਸਕੁਅਰ ਮਾਈਨਸ 2x। 0 ਪੋਜ਼ਿਟਿਵ ਵਾਲੇ ਕੇਸ 'ਚ ਵੈਲਿਊ ਕੀ ਲੈਣੀ ਆਪਾਂ 4x ਪਲੱਸ 1। ਤੇ ਇਕੁਅਲ ਦੇ ਕੇਸ 'ਚ ਵੀ ਇਹੀ ਉੱਪਰ ਵਾਲੀ, ਕਿਉਂਕਿ ਇੱਥੇ ਇਕੁਅਲ ਆਇਆ। ਹੁਣ ਪਹਿਲਾਂ ਤਾਂ 0 ਤੋਂ ਘੱਟ ਵਾਸਤੇ ਲੈਮਡਾ x ਸਕੁਅਰ ਮਾਈਨਸ 2x ਇਕੁਅਲਸ ਟੂ ਲਿਮਟ x ਅਪਰੋਚਸ 0 ਪੋਜ਼ਿਟਿਵ ਵਾਸਤੇ 4x ਪਲੱਸ 1 ਤੇ ਲੈਮਡਾ ਇਕੁਅਲ ਟੂ 0 ਵਾਸਤੇ ਵੀ ਆਹੀ ਕੇਸ ਆ ਜਿਹੜਾ। ਠੀਕ ਹੈ, ਲੈਮਡਾ ਵਾਲਾ। ਹੁਣ ਇੱਧਰ ਵੈਲਿਊ ਭਰਤੀ ਉਹਨਾਂ ਨੇ 0 ਦਾ ਸਕੁਅਰ ਆ ਗਿਆ ਮਾਈਨਸ 2 ਇੰਟੂ 0। ਇੱਥੇ ਵੀ x ਦੀ ਵੈਲਿਊ ਆ 0 ਭਰਤੀ, ਲਿਮਟ ਅਪਲਾਈ ਕਰਤੀ। ਇੱਥੇ ਵੀ x ਦੀ ਵੈਲਿਊ 0 ਭਰਤੀ ਪਲੱਸ 1। ਇੱਥੇ ਵੀ x ਦੀਆਂ ਵੈਲਿਊਜ਼ 0 ਆ ਗਈਆਂ। ਸੋ ਇਹ 0 ਦਾ ਸਕੁਅਰ ਮਾਈਨਸ 2 ਇੰਟੂ 0, ਕਿਉਂਕਿ ਲੈਮਡਾ ਆਪਣੇ ਕੋਲ ਕੀ ਸੀਗਾ, ਸੌਰੀ fx ਕੀ ਸੀਗਾ, ਲੈਮਡਾ x ਸਕੁਅਰ ਮਾਈਨਸ 2x। ਤੇ ਆਪਾਂ f0 ਕੈਲਕੂਲੇਟ ਕਰਨਾ ਸੀ, ਇਹਦੇ ਵਿੱਚ x ਦੀ ਵੈਲਿਊ 0 ਭਰੀ ਹੋਈ ਹੈ। ਸੋ ਇੱਥੋਂ ਤੁਹਾਡੇ ਕੋਲ ਕੀ ਆ ਗਿਆ, ਲੈਮਡਾ ਇੰਟੂ ਇਹ ਸਾਰੀ ਰਕਮ 0 ਆ ਜਾਣੀ ਇਕੁਅਲਸ ਟੂ ਆ 4 ਇੰਟੂ 0 0 ਪਲੱਸ 1 1 ਵਿਚ ਇਜ਼ ਇਕੁਅਲਸ ਟੂ 0। ਸੋ ਆਪਾਂ ਨੂੰ ਪਤਾ 0 1 ਦੇ ਬਰਾਬਰ ਨਹੀਂ ਹੋ ਸਕਦਾ, ਵਿਚ ਇਜ਼ ਨਾਟ ਪੋਸੀਬਲ। ਸੋ ਆਪਣੇ ਕੋਲੇ ਦੇਰ ਇਜ਼ ਨੋ ਵੈਲਿਊ ਆਫ ਲੈਮਡਾ ਫॉर ਵਿਚ f ਇਜ਼ ਕੰਟੀਨਿਊਸ ਐਟ x ਇਕੁਅਲ ਟੂ 0। ਆਪਣੇ ਕੋਲੇ ਇਹੋ ਜੀ ਕੋਈ ਵੀ ਵੈਲਿਊ ਨਹੀਂ ਆਈ ਜਿੰਦੇ ਵਾਸਤੇ ਜਿਹੜਾ ਕੀ ਹੈ ਫੰਕਸ਼ਨ ਆ ਜਿਹੜਾ ਕੰਟੀਨਿਊਸ ਹੁੰਦਾ ਲੈਮਡਾ ਦੀ ਵੈਲਿਊਜ਼ ਵਾਸਤੇ। ਹੁਣ ਉਹਨਾਂ ਨੇ ਐਟ x ਇਕੁਅਲ ਟੂ 1 ਦੀ ਗੱਲ ਕਹੀ ਹੈ। ਠੀਕ ਹੈ, ਐਵੇਂ ਹੀ ਸੇਮ ਲਿਮਟ x ਅਪਰੋਚਸ ਟੂ 1 ਦੀ ਗੱਲ ਕਰੀਏ। 1 ਹੈ ਜਿਹੜਾ ਬੱਚੇ ਉਹ 0 ਤੋਂ ਵੱਡਾ ਹੈ, ਤਾਂ ਇਸ ਕੇਸ ਦੇ ਵਿੱਚ ਫੰਕਸ਼ਨ ਇੱਕੋ ਹੀ ਹੋਣਾ 4x ਪਲੱਸ 1। ਇਹਦੇ ਵਿੱਚ ਲੈਫਟ ਹੈਂਡ ਲਿਮਟ ਤੇ ਰਾਈਟ ਹੈਂਡ ਲਿਮਟ ਨਹੀਂ ਆਪਾਂ ਨੂੰ ਕੈਲਕੂਲੇਟ ਕਰਨੀ ਪੈਣੀ। ਲੈਫਟ ਹੈਂਡ ਲਿਮਟ ਤੇ ਰਾਈਟ ਹੈਂਡ ਲਿਮਟ ਕੇਸ ਦੇ ਵਿੱਚ ਕੈਲਕੂਲੇਟ ਕਰੀ ਦੀ ਹੈ ਜਿਹਦੇ ਵਿੱਚ 0 ਹੈ ਜਿਹੜਾ ਜਿਸ ਪੁਆਇੰਟ ਤੇ ਫੰਕਸ਼ਨ ਬ੍ਰੇਕ ਹੁੰਦਾ ਹੋਵੇ, ਜਿਵੇਂ ਕਿ ਇੱਥੇ 0 ਤੇ ਬ੍ਰੇਕ ਹੋ ਰਿਹਾ ਸੀ। ਠੀਕ ਹੈ, ਅੱਗੇ ਨੈਕਸਟ ਚੱਲਦੇ ਹਾਂ। ਸੋ ਇਹ ਸਿੱਧਾ ਹੀ ਲਿਮਟ x ਅਪਰੋਚਸ ਟੂ 1 0 ਤੋਂ ਵੱਡੇ ਵਾਲਾ ਕੇਸ ਆ ਜਾਣਾ ਹੈ 4x ਪਲੱਸ 1, ਕਿਉਂਕਿ ਇੱਕ ਜਿਹੜਾ 0 ਤੋਂ ਵੱਡਾ ਵਾ ਤਾਂ ਫੰਕਸ਼ਨ ਡਿਫਾਈਨ ਕਿਵੇਂ ਸੀ 0 ਤੋਂ ਵੱਡੇ ਵਾਲੇ ਵਾਸਤੇ ਆਪਾਂ ਕੀ ਲੈਣਾ ਸੀਗਾ 4x ਪਲੱਸ 1। ਸੋ 4 ਇੰਟੂ 1 1 5 ਆ ਗਿਆ। ਤੇ f1 ਵੀ ਇਹਨਾਂ ਨੇ ਇੱਥੇ ਆ ਕੈਲਕੂਲੇਟ ਕੀਤਾ, ਇੱਥੇ ਥੋੜ੍ਹਾ ਜਿਹਾ ਇਹਨਾਂ ਨੇ ਸਹੀ ਕਰਕੇ ਨਹੀਂ ਲਿਖਿਆ ਆ, ਇੱਥੇ ਤੁਸੀਂ f1 ਲਿਖ ਲਿਓ। ਠੀਕ ਹੈ, f ਉਹ ਬ੍ਰੈਕਟ ਪਾ ਕੇ ਇਸ ਤਰ੍ਹਾਂ ਇਸ ਵੇ ਨਾਲ। ਠੀਕ ਹੈ, ਆ ਜਿਹੜੇ ਵੇ ਨਾਲ। ਸੋ ਇਹ ਵੀ 5 ਆ ਗਿਆ। ਸੋ ਹੁਣ ਆਪਣੇ ਕੋਲੇ ਦੇਅਰ ਫॉर ਐਨੀ ਵੈਲਿਊ, ਇੱਥੇ ਲੈਮਡਾ ਵਿੱਚ ਆਇਆ ਹੀ ਨਹੀਂ ਕਿਤੇ। ਠੀਕ ਹੈ, ਲੈਮਡਾ ਵਾਲੀ ਕੰਡੀਸ਼ਨ ਆਈ ਨਹੀਂ ਕੋਈ। ਇੱਥੇ ਲੈਮਡਾ ਆਪਣੇ ਕੋਲੇ ਜੋ ਮਰਜ਼ੀ ਆਈ ਜਾਵੇ, fx ਨੇ ਜਿਹੜਾ x ਇਕੁਅਲ ਟੂ 1 ਤੇ ਹਮੇਸ਼ਾ ਕੀ ਰਹਿਣਾ ਵਾ, ਕੰਟੀਨਿਊਸ ਹੀ ਰਹਿਣਾ ਵਾ। ਠੀਕ ਹੈ, ਸੋ ਅਗਲੇ ਕੁਐਸਚਨ ਤੇ ਚੱਲਦੇ ਹਾਂ। ਹਾਂ, ਸ਼ੋ ਦੈਟ ਦ ਫੰਕਸ਼ਨ ਡਿਫਾਈਨਡ ਬਾਏ ਦਿਸ gx ਇਕੁਅਲਸ ਟੂ x ਮਾਈਨਸ ਗ੍ਰੇਟੈਸਟ ਇੰਟੀਜਰ ਫੰਕਸ਼ਨ ਹੈ, ਇਹ ਕੰਟੀਨਿਊਸ ਹੋਊਗਾ
ਐਟ ਡਿਸਕੰਟੀਨਿਊਸ ਹੋਊਗਾ ਐਟ ਆਲ ਇੰਟੈਗਰਲ ਪੁਆਇੰਟਸ। ਬੱਚੇ ਇਹ ਆਪਾਂ ਪਹਿਲਾਂ ਵੀ ਮੈਂ ਤੁਹਾਨੂੰ ਕਰਵਾ ਚੁੱਕਾ ਕੁਐਸਚਨ, ਠੀਕ ਹੈ। ਸੋ ਇਹਦਾ ਕੁਐਸਚਨ ਨੂੰ ਆਪਾਂ ਹੁਣ ਸੋਲਵ ਕਰਦੇ ਹਾਂ। ਜਿਹੜਾ ਗ੍ਰੇਟੈਸਟ ਇੰਟੀਜ਼ਰ ਫੰਕਸ਼ਨ ਆ ਬੱਚੇ, ਇਹਦਾ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸਦਾ। ਫਿਰ ਵੀ ਇਹ ਫੰਕਸ਼ਨ ਆਪਣੇ ਕੋਲੇ ਕਿਵੇਂ ਦਾ ਹੋਊਗਾ ਜੇ ਆਪਣੇ ਕੋਲੇ ਐਫ ਐਕਸ ਆ ਜਿਹੜਾ, ਇਹਨੂੰ ਥੋੜ੍ਹਾ ਮੈਂ ਤੁਹਾਨੂੰ ਸਿੰਪਲੀਫਾਈ ਕਰਕੇ ਦੱਸਦਾ। ਇੱਥੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਐਕਸਪਲੇਨ ਕਰਦਾ। ਤੁਹਾਡੇ ਕੋਲੇ ਐਫ ਐਕਸ ਗਿਵਨ ਹੈ ਜਿਹੜਾ, ਰਾਈਟਿੰਗ ਥੋੜ੍ਹੀ ਜਿਹੀ ਇੱਥੇ ਉਸ ਤਰ੍ਹਾਂ ਹੀ ਹੁੰਦੀ ਆ। ਸੋ ਤੁਸੀਂ ਜਸਟ ਸਮਝਣਾ ਹੈ। ਆਹ ਗ੍ਰੇਟੈਸਟ ਇੰਟੀਜ਼ਰ ਫੰਕਸ਼ਨ ਹੈ। ਜਿਵੇਂ ਆਪਾਂ ਐਟ ਐਕਸ ਇਕੁਅਲ ਟੂ 1 ਦੀ ਗੱਲ ਕਰੀਏ, ਠੀਕ ਹੈ। ਇਹਨੂੰ ਆਪਾਂ ਲੈਫਟ ਹੈਂਡ ਲਿਮਿਟ ਕੱਢੀਏ ਪਹਿਲਾਂ। ਲਿਮਿਟ ਐਕਸ ਅਪਰੋਚਸ ਟੂ 1 ਐਂਡ ਨੈਗੇਟਿਵ। ਜੇ ਇਕੱਲੇ ਗ੍ਰੇਟੈਸਟ ਇੰਟੀਜ਼ਰ ਦੀ ਗੱਲ ਕਰੀਏ, ਹੁਣ ਐਕਸ ਦੀ ਵੈਲਿਊ 1 ਤੋਂ ਘੱਟ ਆ, ਠੀਕ ਹੈ। ਇੱਥੇ ਜੇ ਆਪਾਂ ਪੁੱਟ ਕਰ ਲਈਏ ਐਕਸ ਨੂੰ 1 ਮਾਈਨਸ ਐਚ, where h approaches to 0, ਤਾਂ ਇਹ ਲਿਮਿਟ ਕੀ ਰਿਡਿਊਸ ਹੋ ਕੇ ਤੁਹਾਡੇ ਕੋਲੇ ਰਹਿ ਜੂਗੀ 1 ਮਾਈਨਸ ਐਚ। ਇੱਕ ਦੇ ਵਿੱਚੋਂ ਕੁਝ ਘਟ ਰਿਹਾ ਤੇ ਗ੍ਰੇਟੈਸਟ ਇੰਟੀਜ਼ਰ ਫੰਕਸ਼ਨ ਕੀ ਕਹਿੰਦਾ, ਜੇ ਇੱਕ ਤੋਂ ਘਟਦਾ ਪਿਆ ਤਾਂ ਆਨਸਰ ਇਹਦਾ ਕਿੰਨਾ ਆ ਜਾਣਾ ਹੈ, 0। ਜੇ ਐਵੇਂ ਹੀ ਆਪਾਂ ਲਿਮਿਟ x approaches to 1 ਪੋਜ਼ਿਟਿਵ ਲਵਾਂਗੇ, ਇਹ ਇੱਕ ਤੋਂ ਵੱਧ ਹੈ। ਸੋ ਇਹਦੇ ਵਿੱਚ ਕੁਝ ਜੁੜ ਰਿਹਾ, ਇਹਦਾ ਆਨਸਰ ਕੀ ਆਊਗਾ 1, ਕਿਉਂਕਿ ਇੱਥੇ 1 ਪੁਆਇੰਟ ਸਮਥਿੰਗ ਆ ਜਾਣਾ। ਸੋ ਇਸ ਕੇਸ ਦੇ ਵਿੱਚ x ਦੀ ਵੈਲਿਊ ਕੀ ਹੈ, ਠੀਕ ਹੈ। ਇੱਥੇ ਆਪਣੇ ਕੋਲੇ 1 ਪੁਆਇੰਟ ਸਮਥਿੰਗ ਆਊਗਾ, ਇੱਕ ਤੋਂ ਵੱਡੀ ਰਕਮ ਆਊਗੀ, ਉਹ ਕੁਝ ਵੀ ਹੋ ਸਕਦੀ ਹੈ, ਸਮਥਿੰਗ ਕੁਛ ਵੀ 0 1 ਕਹਿ ਲਓ, ਠੀਕ ਹੈ। ਸੋ 1.01 ਦਾ ਜਿਹੜਾ ਆਪਣੇ ਕੋਲੇ ਗ੍ਰੇਟੈਸਟ ਇੰਟੀਜ਼ਰ ਆ ਉਹ 1 ਹੀ ਹੁੰਦਾ। ਇੱਥੇ ਇੱਕ ਚੋਂ ਕੁਝ ਘਟਦਾ ਪਿਆ ਸੀ, ਠੀਕ ਹੈ। ਸੋ ਇਹੀ ਕੰਸੈਪਟ ਆਪਾਂ ਜਿਹੜਾ ਇਸ ਕੁਐਸਚਨ ਦੇ ਆਨਸਰ 'ਚ ਆਪਾਂ ਲਾਉਣਾ। ਹੁਣ ਇੱਧਰ ਦੇਖੋ, ਆਹ ਤੁਹਾਡੇ ਕੋਲੇ ਕੁਐਸਚਨ ਆ, ਆਹ ਤੁਹਾਨੂੰ ਫੰਕਸ਼ਨ ਹੁਣ ਜਿਹੜਾ ਗ੍ਰੇਟੈਸਟ ਇੰਟੀਜ਼ਰ ਨਾਲ x ਦੇ ਵਿੱਚੋਂ ਸਬਟਰੈਕਟ ਹੋ ਰਿਹਾ। ਇਟ ਇਜ਼ ਐਵੀਡੈਂਟ ਦੈਟ g ਇਜ਼ ਡਿਫਾਈਨਡ ਐਟ ਆਲ ਇੰਟੈਗਰਲ। ਆਪਾਂ ਸਿੱਧਾ ਕੁਐਸਚਨ ਤੇ ਚੱਲਦੇ ਹਾਂ। ਹਾਂ, ਸਭ ਤੋਂ ਪਹਿਲਾਂ n ਉਹਨੇ ਇੰਟੀਜ਼ਰ ਲੈ ਲਿਆ, ਠੀਕ ਹੈ। n ਕੀ ਲੈ ਲੈਣਾ ਤੁਸੀਂ, ਇੰਟੀਜ਼ਰ ਲੈ ਲੈਣਾ, ਮਤਲਬ c ਲੈ ਸਕਦੇ ਹੋ, k ਲੈ ਸਕਦੇ ਹੋ, ਠੀਕ ਹੈ। ਇੱਕੋ ਹੀ ਗੱਲ ਹੈ, ਆਪਾਂ c ਲੈ ਕੇ ਕੀਤਾ ਸੀਗਾ, ਠੀਕ ਹੈ। ਤੁਸੀਂ c ਜਾਂ k ਲੈ ਸਕਦੇ ਹੋ। gn ਕੱਢ ਲਿਆ ਸਭ ਤੋਂ ਪਹਿਲਾਂ, ਆ gx ਦੀ ਵੈਲਿਊ, ਇਹਦੇ ਵਿੱਚ x ਦੀ ਵੈਲਿਊ n ਭਰ ਲਈ, ਠੀਕ ਹੈ। gn ਇਜ਼ ਇਕੁਅਲਸ ਟੂ n ਮਾਈਨਸ ਮੋਡਲ ਗ੍ਰੇਟੈਸਟ ਇੰਟੀਜ਼ਰ ਆਫ n। n ਇੰਟੀਜ਼ਰ ਹੈ, ਠੀਕ ਹੈ। ਤੇ ਆਪਾਂ ਨੂੰ ਪਤਾ ਵਾ ਜੇ ਕੋਈ ਇੰਟੀਜ਼ਰ ਹੋਵੇ, ਉਹਦਾ ਜਿਹੜਾ ਗ੍ਰੇਟੈਸਟ ਇੰਟੀਜ਼ਰ ਹੈ, ਇੱਕ ਇੰਟੀਜ਼ਰ ਹੈ, ਉਹ ਇੱਕ ਹੀ ਆ ਜਾਂਦਾ, ਉਹੀ ਆ ਜਾਂਦਾ ਵਾ, ਠੀਕ ਹੈ। ਜਿਹੜਾ ਮਰਜ਼ੀ ਲੈ ਲਓ, 2 ਲੈ ਲਓ, 2 ਦਾ ਗ੍ਰੇਟੈਸਟ ਇੰਟੀਜ਼ਰ ਕਿੰਨਾ ਹੁੰਦਾ, 2 ਹੀ ਹੁੰਦਾ। ਜੇ ਆਪਣੇ ਕੋਲੇ n ਹੈ, n ਦਾ ਗ੍ਰੇਟੈਸਟ ਇੰਟੀਜ਼ਰ ਵੀ ਕੀ ਹੋਊਗਾ, n ਹੀ ਹੋਊਗਾ। ਸੋ ਕਹਿਣ ਦਾ ਮਤਲਬ ਕੀ ਆ, n ਦੇ ਵਿੱਚੋਂ n ਦਾ ਗ੍ਰੇਟੈਸਟ ਇੰਟੀਜ਼ਰ n ਘਟਾਇਆ, ਇਹ ਆਪਣੇ ਕੋਲੇ ਕੀ ਆ ਗਿਆ, ਇਹ 0 ਆ ਗਿਆ ਇਹ, ਠੀਕ ਹੈ। ਹੁਣ ਆਪਾਂ ਲੈਫਟ ਹੈਂਡ ਲਿਮਿਟ, ਇਹ ਤਾਂ ਆਪਣੇ ਕੋਲ ਜਿਹੜੀ f0 ਜਾਂ fc ਵਾਲੀ ਵੈਲਿਊ ਕੱਢਦੇ ਹੁੰਦੇ ਆ, ਉਹ ਆ ਗਈ। ਹੁਣ ਆਪਾਂ ਲੈਫਟ ਹੈਂਡ ਲਿਮਿਟ ਤੇ ਰਾਈਟ ਹੈਂਡ ਲਿਮਿਟ ਹੈ ਜਿਹੜੀ, ਉਹ ਕੈਲਕੂਲੇਟ ਕਰਨੀ ਹੈ। ਸੋ ਲੈਫਟ ਹੈਂਡ ਲਿਮਿਟ ਦਾ ਮਤਲਬ ਕੀ ਹੈ, ਲਿਮਿਟ x ਅਪਰੋਚਸ ਟੂ n ਨੈਗੇਟਿਵ gx, n ਤੋਂ ਕੁਝ ਘਟਦਾ ਪਿਆ, ਠੀਕ ਹੈ। ਆਪਾਂ ਹੁਣੇ ਗੱਲ ਕਰਕੇ ਆਏ ਆ, ਇੱਥੇ ਹੁਣ ਜਦੋਂ ਲਿਮਿਟ ਅਪਲਾਈ ਕਰਨੀ ਆ, ਦੋਵਾਂ ਦੀ ਲਿਮਿਟ ਅਲੱਗ-ਅਲੱਗ ਹੋ ਗਈ, x ਦੀ ਲਿਮਿਟ ਅਲੱਗ ਹੋ ਗਈ ਤੇ ਗ੍ਰੇਟੈਸਟ ਇੰਟੀਜ਼ਰ ਦੀ ਲਿਮਿਟ ਅਲੱਗ ਹੋ ਗਈ। ਇੱਥੇ ਉਹਨਾਂ ਨੇ x ਦੀ ਵੈਲਿਊ n ਭਰਤੀ, ਠੀਕ ਹੈ। ਸਿੱਧੀ ਉਹਨਾਂ ਨੇ n ਮਾਈਨਸ h ਕਰਕੇ ਨਹੀਂ ਕਰਦੇ ਪਏ, ਉਹ ਸਿੱਧੀ ਭਰਦੇ ਪਏ ਵੈਲਿਊ, ਤੁਸੀਂ ਵੀ ਐਂ ਹੀ ਕਰ ਸਕਦੇ ਹੋ। ਅੱਗੇ ਨੈਕਸਟ, ਹੁਣ n ਦੇ ਵਿੱਚੋਂ ਕੁਝ ਘਟ ਰਿਹਾ। ਹੁਣ ਇਹ ਚੀਜ਼ ਜਿਹੜੀ ਇੱਥੇ ਸਿੱਖਣ ਵਾਲੀ ਹੈ ਤੁਹਾਡੇ ਲਈ, ਹੁਣ ਮੈਂ ਤੁਹਾਨੂੰ ਹੁਣੇ ਦੱਸ ਕੇ ਆਇਆ ਸੀ, ਜੇ ਇੱਥੇ ਲਿਮਿਟ x ਅਪਰੋਚਸ ਟੂ 1 ਨੈਗੇਟਿਵ ਹੁੰਦੀ ਤਾਂ ਆਨਸਰ ਕੀ ਆ ਜਾਣਾ ਸੀ, 0। ਮਤਲਬ ਜਿਹੜੀ x ਦੀ ਵੈਲਿਊ ਨੂੰ ਜਿਹੜੀ ਅਪਰੋਚ ਕਰ ਰਹੀ ਹੈ, ਉਦੋਂ ਇੱਕ ਘਟ ਜਾਣੀ ਸੀ, ਠੀਕ ਹੈ। ਕਹਿਣ ਦਾ ਮਤਲਬ ਇੱਥੇ ਆਪਾਂ ਉੱਪਰ ਪੜ੍ਹਿਆ, ਜੇ 1 ਤੋਂ ਘੱਟ ਹੈ, ਠੀਕ ਹੈ, ਤਾਂ ਆਨਸਰ ਕੀ ਆਇਆ, 0। ਜੇ ਇੱਥੇ ਸਪੋਜ਼ 2 ਹੁੰਦਾ, ਇੱਥੇ
ਇੱਥੇ ਸਪੋਜ਼ 2 ਹੁੰਦਾ, ਠੀਕ ਹੈ, 2 ਤੋਂ ਘੱਟ। ਫਿਰ 2 ਤੋਂ ਘੱਟ ਆਪਣੇ ਕੋਲੇ ਨੰਬਰ ਲਾਈਨ ਦੇ ਵਿੱਚ 2 ਤੋਂ ਜਿਹੜਾ 2 ਤੋਂ ਘੱਟ ਜਿਹੜਾ ਨੰਬਰ ਪਿਆ ਉਹ ਕਿਹੜਾ ਪਿਆ, ਖੱਬੇ ਹੱਥ ਵੇਖਣਾ ਹੁੰਦਾ ਨੰਬਰ ਲਾਈਨ ਤੇ ਆਪਾਂ ਜਦੋਂ ਗ੍ਰੇਟੈਸਟ ਇੰਟੀਜਰ ਦੀ ਗੱਲ ਕਰਨੀ, ਲੈਫਟ ਹੈਂਡ ਸਾਈਡ ਤੇ ਜਿਹੜਾ ਇੰਟੀਜਰ ਪਿਆ ਹੁੰਦਾ ਉਹ ਆਨਸਰ ਹੁੰਦਾ। 2 ਤੋਂ ਘੱਟ ਕਿਹੜਾ ਪਿਆ ਵਾ, 1 ਪਿਆ, ਇਹਦਾ ਆਨਸਰ ਕੀ ਆ ਜਾਣਾ ਸੀ, ਫਿਰ 1 ਆ ਜਾਣਾ ਸੀਗਾ। ਸੋ ਕਹਿਣ ਦਾ ਮਤਲਬ 1 ਘੱਟ ਹੋਣਾ, ਜਿੰਨੀ ਵੀ ਇੱਥੇ ਵੈਲਿਊ ਹੋਈ, ਜੇ n ਹੋਈ ਤਾਂ n ਤੋਂ 1 ਘੱਟ ਆ ਜਾਊਗਾ, ਠੀਕ ਹੈ। ਜੇ n ਤੋਂ ਵੱਧ ਹੋਈ, ਠੀਕ ਹੈ, ਜਿਵੇਂ ਇਸ ਕੇਸ ਦੇ ਵਿੱਚ ਸੀ 1 ਤੋਂ ਵੱਧ ਸੀ ਤਾਂ 1 ਹੀ ਆ ਗਿਆ। ਜੇ ਇੱਥੇ ਮੰਨ ਲਓ 2 ਹੁੰਦਾ ਤੇ 2 ਤੋਂ ਇੱਥੇ ਵੀ ਕਿੰਨਾ ਆ ਜਾਣਾ ਸੀਗਾ, 2 ਹੀ ਆ ਜਾਣਾ ਸੀ। ਸੋ ਸੇਮ ਕੇਸ ਇੱਥੇ ਆ ਤੁਹਾਡੇ ਕੋਲੇ, ਠੀਕ ਹੈ। ਜਦੋਂ ਤਾਂ n ਦੇ ਵਿੱਚ ਕੁਝ ਘਟਿਆ, ਗ੍ਰੇਟੈਸਟ ਇੰਟੀਜਰ ਦੀ ਵੈਲਿਊ ਕੀ ਆਣੀ ਹੈ, n ਮਾਈਨਸ 1, n ਨਾਲ n ਕੱਟਿਆ ਜਾਣਾ ਤੇ ਮਾਈਨਸ ਮਾਈਨਸ ਪਲੱਸ 1 ਆ ਜਾਣਾ। ਐਵੇਂ ਹੀ ਇੱਥੇ ਹੋਊਗਾ, ਇੱਥੇ n ਪੋਜ਼ਿਟਿਵ, ਇੱਥੇ n ਹੀ ਰਹਿ ਜਾਣਾ, ਇੱਥੇ 1 ਆ ਜਾਣਾ ਤੇ ਇੱਥੇ 0 ਆ ਜਾਣਾ। ਇਹ ਤੁਸੀਂ ਨੋਟ ਕਰ ਲੈਣੇ ਆ ਸਟੈਪ, ਠੀਕ ਹੈ। ਸੋ ਇੱਥੋਂ ਲੈਫਟ ਹੈਂਡ ਲਿਮਿਟ ਹੈ, ਇਹ ਤੁਹਾਡੀ ਲੈਫਟ ਹੈਂਡ ਲਿਮਿਟ ਆ ਗਈ। ਇਹ ਤੁਹਾਡੀ ਇਹ ਜਿਹੜੀ ਆਈ ਆ, ਇੱਕ ਮਿੰਟ ਇੱਥੇ ਮੈਂ ਲਿਖਦਾ, ਇੱਕ ਮਿੰਟ ਬੱਚੇ, ਇੱਕ ਮਿੰਟ ਬੱਚੇ, ਇਹ ਐਡਿਟ ਨਹੀਂ ਹੋ ਰਿਹਾ। ਚਲੋ ਆਪਾਂ ਅੱਗੇ ਚੱਲਦੇ ਹਾਂ। ਐਡਿਟ ਨਹੀਂ ਹੋ ਰਿਹਾ, ਇਹ ਟੈਕਸਟ ਇੱਥੇ ਐਡਿਟ ਨਹੀਂ ਹੋ ਰਿਹਾ, ਇਹਨੂੰ ਆਪਾਂ ਕਲੋਜ਼ ਕਰਦੇ ਹਾਂ। ਅੱਗੇ ਅਗਲੇ ਆਪਾਂ ਕੁਐਸਚਨ ਤੇ ਚੱਲਦੇ ਹਾਂ। ਹੁਣ ਕਹਿਣ ਦਾ ਮਤਲਬ ਆਹ ਤੁਹਾਡੇ ਕੋਲ ਇਹ ਉੱਪਰ ਲਿਖਿਆ ਹੀ ਹੋਇਆ ਬੱਚੇ ਵੱਲੋਂ, ਲੈਫਟ ਹੈਂਡ ਲਿਮਟ, ਠੀਕ ਹੈ। ਸੋ ਇਹ ਤੁਹਾਡੀ ਲੈਫਟ ਹੈਂਡ ਲਿਮਟ ਆ, ਆਹ ਤੁਹਾਡੀ ਕੀ ਆ, ਰਾਈਟ ਹੈਂਡ ਲਿਮਟ ਹੋ ਗਈ, ਠੀਕ ਹੈ। ਸੋ ਇਹ ਦੋਵੇਂ ਇਕੁਅਲ ਨਹੀਂ ਆਈਆਂ, ਇਸ ਕਰਕੇ ਇਹ ਜਿਹੜਾ ਫੰਕਸ਼ਨ ਹੈ ਕੰਟੀਨਿਊਸ ਨਹੀਂ ਗਿਆ ਐਟ ਇੰਟੈਗਰਲ ਪੁਆਇੰਟ। ਅੱਗੇ ਨੈਕਸਟ ਕੁਐਸਚਨ ਆ ਗਿਆ। ਅਗਲਾ ਕੁਐਸਚਨ ਕੀ ਹੈ ਆਪਣੇ ਕੋਲੇ ਤੁਹਾਡਾ, ਕੁਐਸਚਨ ਨੰਬਰ ਇਹ 19 ਹੋ ਗਿਆ। ਇਜ਼ ਦਾ ਫੰਕਸ਼ਨ fx is equals to x square minus sin x plus 5 is continuous at x equal to 5। ਸੋ ਇਹਦਾ ਹੱਲ ਕਰਦੇ ਹਾਂ। ਆਹ ਕੁਐਸਚਨ ਹੈ ਤੁਹਾਡੇ ਕੋਲੇ, ਹਾਂ ਆਹ ਕੁਐਸਚਨ ਆ, ਠੀਕ ਹੈ। ਇਹ ਆਪਾਂ ਚੈੱਕ ਕਰਨਾ ਐਟ x equal to ਪਾਈ। ਹੁਣ ਐਟ x equal to ਪਾਈ, ਪਹਿਲਾਂ ਤਾਂ ਆਪਾਂ f ਪਾਈ ਕੱਢ ਦਈਏ, ਇੱਥੇ x ਦੀ ਜਗ੍ਹਾ ਤੇ ਪਾਈ ਭਰ ਦਈਏ, x ਦੀ ਜਗ੍ਹਾ ਤੇ ਪਾਈ ਭਰਿਆ, ਪਾਈ ਸਕੁਅਰ ਮਾਈਨਸ ਸਾਈਨ ਪਾਈ ਪਲੱਸ 5, ਸਾਈਨ ਪਾਈ ਕਿੰਦੇ ਬਰਾਬਰ ਹੁੰਦਾ, 0 ਦੇ ਬਰਾਬਰ ਹੁੰਦਾ ਬੱਚੇ, ਠੀਕ ਹੈ। ਸਾਈਨ ਪਾਈ ਹੈ ਜਿਹੜਾ ਉਹ 0 ਦੇ ਬਰਾਬਰ ਹੁੰਦਾ, ਪਾਈ ਸਕੁਅਰ ਪਲੱਸ 5 ਆਂਸਰ ਆ ਗਿਆ। ਹੁਣ ਇਹਦੀ ਲਿਮਿਟ ਐਕਸ ਅਪਰੋਚਸ ਟੂ ਪਾਈ ਤੇ ਵੈਲਿਊ ਕੱਢ ਲਈ, ਠੀਕ ਹੈ। ਹੁਣ ਇੱਥੇ ਐਕਸ ਨੂੰ ਪਾਈ ਪਲੱਸ ਐਚ ਭਰ ਲਿਆ ਤੇ ਐਚ ਵੇਅਰ ਐਚ ਅਪਰੋਚਸ ਟੂ 0, ਠੀਕ ਹੈ। ਹੁਣ ਇੱਥੇ ਵੈਲਿਊਜ਼ ਭਰ ਲਈਆਂ ਸਾਰੀਆਂ, ਐਕਸ ਦੀ ਜਗ੍ਹਾ ਤੇ ਕੀ ਭਰ ਲਿਆ ਉਹਨਾਂ ਨੇ, ਐਕਸ ਦੀ ਜਗ੍ਹਾ ਤੇ ਉਹਨੇ ਕੀ ਭਰ ਲਿਆ, ਪਾਈ ਪਲੱਸ ਐਚ, ਜਿੱਥੇ ਜਿੱਥੇ ਐਕਸ ਆਈ ਆ, ਠੀਕ ਹੈ। ਹੁਣ ਸਾਈਨ ਪਾਈ ਪਲੱਸ ਐਚ, ਸਾਈਨ 180 ਪਲੱਸ ਸੀਟਾ, ਇਹ ਫਾਰਮੂਲਾ ਸੌਰੀ ਸਾਈਨ ਏ ਪਲੱਸ ਬੀ ਦਾ ਫਾਰਮੂਲਾ ਯੂਜ਼ ਕੀਤਾ। ਵੈਸੇ ਤੁਸੀਂ ਇੱਥੇ ਸਿੱਧਾ ਵੀ ਬੱਚੇ ਕਰ ਸਕਦੇ ਸੀ ਕੁਐਸਚਨ ਇਹ, ਠੀਕ ਹੈ। ਇਹ ਕੁਐਸਚਨ ਆਪਾਂ ਸਿੱਧਾ ਵੀ ਕਰ ਸਕਦੇ ਸੀ, ਇੱਥੇ ਸਿੱਧੀ ਵੈਲਿਊਜ਼ ਭਰ ਦਿੰਦੇ ਜੀ। ਇੱਥੇ ਆਪਾਂ ਜੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਇਹਨੂੰ ਸੋਲਵ ਕਰਕੇ ਦੱਸਾਂ,
ਇਹ ਤੁਸੀਂ ਏ ਬੀ ਵਾਲਾ ਫਾਰਮੂਲਾ ਲਾਉਣ ਦੀ ਬਜਾਏ ਆਪਾਂ ਇਹ ਤੁਸੀਂ ਇੱਥੋਂ ਮੈਂ ਤੁਹਾਨੂੰ ਕਰਕੇ ਦੱਸਦਾ। ਇਹ ਕੁਐਸਚਨ ਆ ਲਿਮਟ h approaches to 0 ਕੀ ਸੀ ਆਪਣੇ ਕੋਲੇ ਕੀ ਹੈ ਲਿਮਟ h approaches to 0 ਠੀਕ ਹੈ। ਇੱਥੇ ਹੁਣ ਇਸ ਤੋਂ ਬਾਅਦ ਕੀ ਸਟੈਪ ਲਿਖਣਾ ਹੈ, ਇਹਨਾਂ ਨੇ ਲਿਮਟ ਅਲੱਗ-ਅਲੱਗ ਕਰ ਲਈ ਠੀਕ ਹੈ। ਇਸ ਤੋਂ ਬਾਅਦ ਮੈਂ ਸਟੈਪ ਲਿਖਣ ਲੱਗਾ ਹੁਣ ਠੀਕ ਹੈ। ਇੱਥੇ ਤਾਂ h ਦੀ ਵੈਲਿਊ ਭਰਤੀ ਮੈਂ ਇੱਥੇ ਵੈਲਿਊ ਭਰ ਕੇ ਲਿਖਣ ਲੱਗਾ ਸਿੱਧਾ ਹੀ। ਇਹ ਸਟੈਪ ਤੋਂ ਬਾਅਦ ਜਿਹੜਾ ਮੈਂ ਕਲਰ ਕੀਤਾ ਇਸ ਤੋਂ ਅਗਲਾ ਸਟੈਪ ਆਹ ਪਾਈ ਪਲੱਸ 0 ਹੁੰਦਾ ਸਕੇਅਰ ਮਾਈਨਸ ਇੱਥੇ ਸਿੱਧੀ ਵੈਲਿਊ ਭਰ ਦਿਓ h ਦੀ ਸਾਈਨ ਪਾਈ ਪਲੱਸ 0 ਕੌਂਸਟੈਂਟ ਦੀ ਲਿਮਟ ਕੌਂਸਟੈਂਟ ਹੀ ਹੁੰਦੀ ਆ ਉੱਥੇ ਪਾਈ ਦਾ ਸਕੇਅਰ ਆ ਜਾਣਾ ਇੱਥੇ ਸਾਈਨ ਪਾਈ ਆ ਜਾਣਾ ਪਲੱਸ 5 ਸਾਈਨ ਪਾਈ ਕਿੰਨਾ ਹੁੰਦਾ 0 ਹੁੰਦਾ ਪਲੱਸ 5 ਪਾਈ ਸਕੇਅਰ ਮਾਈਨਸ 0 ਪਾਈ ਆ ਜਾਣਾ ਪਾਈ ਸਕੇਅਰ ਆ ਜਾਣਾ ਸੋ ਆ ਪਲੱਸ 5 ਸੋ ਕਹਿਣ ਦਾ ਮਤਲਬ ਤੁਸੀਂ ਸਿੱਧਾ ਹੀ ਇੱਥੇ ਜਿਹੜਾ ਕੀ ਹੈ ਆਨਸਰ ਹੈ ਜਿਹੜਾ ਉਹ ਲਿਖ ਸਕਦੇ ਹੋ ਠੀਕ ਆ। ਸਟੈਪ ਤੁਸੀਂ ਭਾਵੇਂ ਨਾ ਲਿਖਿਓ। ਅੱਗੇ ਨੈਕਸਟ ਚੱਲਦੇ ਹਾਂ। ਅੱਗੇ ਨੈਕਸਟ ਆ ਜਾਓ ਅਗਲੇ ਕੁਐਸਚਨ ਤੇ ਚੱਲਦੇ ਹਾਂ। ਅਗਲਾ ਕੁਐਸਚਨ ਹੈ ਬੱਚੇ ਇਹ ਅਗਲੇ ਕੁਐਸਚਨ ਤੇ ਚੱਲਦੇ ਹਾਂ। ਅਗਲਾ ਕੁਐਸਚਨ ਕੀ ਸੀ ਐਕਸਰਸਾਈਜ਼ ਆਪਣੇ ਕੋਲੇ ਡਿਸਕਸ ਦ ਕੰਟੀਨਿਊਟੀ ਆਫ ਦੀ ਫੋਲੋਇੰਗ ਫੰਕਸ਼ਨ। ਹੁਣ ਆਪਾਂ ਬੱਚੇ ਕਰ ਰਹੇ ਹਾਂ ਸਾਈਨ ਫੰਕਸ਼ਨ ਹੈ ਜਿਹੜਾ ਕੰਟੀਨਿਊਸ ਹੁੰਦਾ ਠੀਕ ਹੈ। ਸਾਈਨ ਫੰਕਸ਼ਨ ਫॉर ਆਲ ਰੀਅਲ ਨੰਬਰਸ ਕੰਟੀਨਿਊਸ ਹੁੰਦਾ ਕੋਸ ਫੰਕਸ਼ਨ ਵੀ ਕੰਟੀਨਿਊਸ ਹੁੰਦਾ। ਸੋ ਦੋ ਕੰਟੀਨਿਊਸ ਫੰਕਸ਼ਨ ਦੀ ਜਿਹੜੀ ਐਡੀਸ਼ਨ ਆ ਉਹ ਵੀ ਕੰਟੀਨਿਊਸ ਹੋਊਗੀ ਸਬਟਰੈਕਸ਼ਨ ਵੀ ਕੰਟੀਨਿਊਸ ਹੋਊਗੀ ਤੇ ਉਹਨਾਂ ਦੀ ਜਿਹੜੀ ਪ੍ਰੋਡਕਟ ਹੈ ਉਹ ਵੀ ਕੰਟੀਨਿਊਸ ਹੋਊਗੀ। ਇਹ ਮੈਂ ਤੁਹਾਨੂੰ ਦੱਸ ਦਿੰਦਾ ਕਿਵੇਂ ਕਰਨਾ ਸਿੰਪਲ ਜਿਹੇ ਕੁਐਸਚਨ ਆ ਕੋਈ ਬਾਹਲੇ ਔਖੇ ਨਹੀਂ ਹੈਗੇ ਇਹ। ਸੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਆ ਦੋ ਫੰਕਸ਼ਨ ਹੈ ਸਾਈਨ ਐਕਸ ਇਹਨਾਂ ਨੂੰ ਕੰਟੀਨਿਊਸ ਪ੍ਰੂਵ ਕਰ ਲੈਣਾ। ਇਹਨਾਂ ਨੂੰ ਕੰਟੀਨਿਊਸ ਪ੍ਰੂਵ ਕਰਨ ਦਾ ਤਰੀਕਾ ਤੁਹਾਡੇ ਸਾਹਮਣੇ ਇੱਥੇ ਸਿੱਧਾ ਹੀ ਕਰ ਦਿਓ ਐ ਨਹੀਂ ਚੱਕਰਾਂ 'ਚ ਨਹੀਂ ਪੈਣ ਦੀ ਲੋੜ ਹੋਗੀ। ਮੈਂ ਇੱਕ ਤੁਹਾਨੂੰ ਕਰਕੇ ਦੱਸ ਦਿੰਦਾ ਇੱਕ ਕੁਐਸਚਨ ਤੁਹਾਨੂੰ ਮੈਂ ਕਰਕੇ ਦੱਸ ਦੇਣਾ ਸਾਈਨ ਐਕਸ ਵਾਲਾ ਕਿਵੇਂ ਕਰਨਾ। ਆਪਣੇ ਕੋਲ ਸਪੋਜ਼ ਆ ਫੰਕਸ਼ਨ ਆ ਐਟ ਐਫ ਐਕਸ ਇਕੁਅਲ ਟੂ ਸਾਈਨ ਐਕਸ ਐਟ ਐਕਸ ਇਕੁਅਲ ਟੂ ਸੀ ਆਪਾਂ ਇਹਦੀ ਕੰਟੀਨਿਊਟੀ ਚੈੱਕ ਕਰਨੀ ਹੈ। ਸੀ ਕੀ ਆ ਆਪਣੇ ਕੋਲੇ ਰੀਅਲ ਨੰਬਰ। ਸਭ ਤੋਂ ਪਹਿਲਾਂ ਆਪਾਂ ਲਿਮਟ ਕੱਢ ਲਈਏ ਲਿਮਟ x ਅਪਰੋਚਸ ਟੂ ਸੀ ਐਫ ਐਕਸ ਕੱਢ ਲਈਏ। ਐਫ ਐਕਸ ਆਪਾਂ ਨੂੰ ਕਿੰਨਾ ਗਿਵਨ ਆ ਹੁਣ ਸਾਈਨ ਐਕਸ ਇੱਥੇ ਵੈਲਿਊ ਭਰ ਦੋ ਸਾਈਨ ਸੀ ਆ ਜਾਣਾ ਐਫ ਸੀ ਉਹ ਵੀ ਕੀ ਆ ਜਾਣਾ ਸਾਈਨ ਸੀ ਆ ਜਾਣਾ ਦੋਵੇਂ ਕੀ ਆ ਗਏ ਇਕੁਅਲ ਆ ਗਏ ਠੀਕ ਹੈ। ਫੰਕਸ਼ਨ ਕੀ ਹੋ ਗਿਆ ਕੰਟੀਨਿਊਸ ਐਵੇਂ ਕੋਸ ਐਕਸ ਦਾ ਕਰ ਲੈਣਾ। ਸੋ ਅੱਗੋਂ ਮੈਂ ਤੁਹਾਨੂੰ ਦੱਸ ਦੇਣਾ ਕੀ ਕਰਨਾ ਅੱਗੋਂ ਦੇਖ ਲਓ ਤੁਸੀਂ ਹੁਣ ਬਸ ਇਹ ਐਵੇਂ ਹੀ ਇਹਨਾਂ ਨੇ ਲਿਖ ਦੇਣਾ ਜੀ ਕੰਟੀਨਿਊਸ ਹੋ ਗਿਆ ਐਵੇਂ ਕੋਸ ਕੰਟੀਨਿਊਸ ਹੋ ਗਿਆ ਠੀਕ ਹੈ। ਐਵੇਂ ਤੁਸੀਂ ਕੋਸ ਦੀ ਕੰਟੀਨਿਊਟੀ ਪ੍ਰੂਵ ਕਰ ਲੈਣੀ। ਹੁਣ ਇਹਦਾ ਫਸਟ ਪਾਰਟ ਵੇਖੋ ਕਿਵੇਂ ਕਰਨਾ। ਹੁਣ ਬਸ ਸਿੱਧਾ ਤੁਸੀਂ ਲਿਖ ਦੇਣਾ ਵੀ ਇੱਕ ਇਹਨਾਂ ਦੀ ਚਲੋ ਐਫ ਇੱਕ ਨਾਮ ਦੇ ਲੈਣੇ ਵੱਖਰੇ ਵੱਖਰੇ ਜੀ ਐਕਸ ਤੇ ਐਚ ਐਕਸ ਠੀਕ ਹੈ। ਤੇ ਉਹਨਾਂ ਦੇ ਜੋੜ ਨੂੰ ਇੱਕ ਨੂੰ ਐਫ ਐਕਸ ਮੰਨ ਲਓ
ए पार्ट है आज sin x प्लस कंटिन्यूस होगा बिकॉज जी एक्स एंड एच एक्स आर कंटिन्यूस their sum of continuous function is continuous, their subtraction is continuous, their product is continuous। बस सिंपल इंज कर देना क्वेश्चन है। हाँ एवें ही अगे आ डिस्कस द कंटिन्यूटी ऑफ ए छड्ड भी सकते हो क्वेश्चन इंपॉर्टेंट नहीं है एग्जामिनेशन पॉइंट ऑफ व्यू तो पंजाब बोर्ड वास्ते। सो ये सिंपल जो क्वेश्चन है इन्होंने सोल्यूशन है मैं तुम्हें इतने डिस्पले कर देना। ये उवें ही है बस बच्चे साइन एक्स कंटिन्यूअस है ठीक है। ये उवें ही पहले साइन एक्स नूं प्रूव कर लेना फिर ਉਹਨੂੰ cos x ਨੂੰ ਪ੍ਰੂਵ ਕਰ ਲੈਣਾ ਕੰਟੀਨਿਊਸ ਹੈ ਠੀਕ ਹੈ। ਹਾਂ ਹੁਣ ਕੋਸੀਕੈਂਟ x ਹੈ ਹਾਂ ਆਪਾਂ ਨੂੰ ਪਤਾ sin x ਕੰਟੀਨਿਊਸ ਹੈ ਪਰ ਜਿਹੜਾ ਰੈਸ਼ਨਲ ਫੰਕਸ਼ਨ ਹੁੰਦਾ ਹੈ ਉਹ ਕੰਟੀਨਿਊਸ ਕਦੋਂ ਹੁੰਦਾ ਹੈ ਜਿਹੜਾ ਉਹਦਾ ਡਿਨੋਮੀਨੇਟਰ ਜਿਹੜੇ ਪੁਆਇੰਟਸ ਤੇ ਨਾਨ ਜ਼ੀਰੋ ਹੋਵੇ। sin x ਹੈ ਜਿਹੜਾ ਨਾਨ ਜ਼ੀਰੋ ਹੋਣਾ ਚਾਹੀਦਾ। sin x ਨਾਨ ਜ਼ੀਰੋ ਕਦੋਂ ਹੁੰਦਾ ਵਾ ਜਿਹੜੇ sin ਜ਼ੀਰੋ ਕਦੋਂ ਹੁੰਦਾ एन पाई ते मतलब पाई दे ਜਿਹੜੇ ਇੰਟੈਗਰਲ ਮਲਟੀਪਲ ਆ ਜਾਣ ਠੀਕ ਹੈ। ਉਹ ਇੰਟੈਗਰਲ ਮਲਟੀਪਲ ਨਹੀਂ ਲੈਣੇ ਆਪਾਂ ਜਿਹੜੇ x ਦੇ ਜਿਹੜਾ ਐਂਗਲ x ਹੈ ਠੀਕ ਹੈ। x ਦੀ ਵੈਲਿਊ n ਪਾਈ ਨਹੀਂ ਹੋਣੀ ਚਾਹੀਦੀ ਕਿਉਂਕਿ ਜੇ x ਦੀ ਵੈਲਿਊ n ਪਾਈ ਹੋ ਗਈ ਸਾਈਨ ਨੇ ਥੱਲੇ 0 ਬਣ ਜਾਣਾ ਤੇ ਉਹ 0 ਬਣ ਗਿਆ ਤਾਂ ਫੰਕਸ਼ਨ ਡਿਫਾਈਨ ਨਹੀਂ ਹੋਣਾ ਤੇ ਕੰਟੀਨਿਊਟੀ ਦੀ ਪਹਿਲੀ ਸ਼ਰਤ ਕੀ ਆ ਫੰਕਸ਼ਨ ਡਿਫਾਈਨ ਹੋਣਾ ਚਾਹੀਦਾ। ਸੋ ਐਵੇਂ ਸੀ cos x 0 ਨਹੀਂ cos 0 ਹੈ cos x 0 ਕਦੋਂ ਹੁੰਦਾ ਵਾ π/2 ਦੇ ਔਡ ਮਲਟੀਪਲਸ ਤੇ। ਸੋ ਆਪਾਂ ਇੱਥੇ π/2 ਦੇ ਔਡ ਮਲਟੀਪਲਸ ਨਹੀਂ ਲੈਣੇ ਕਿਉਂਕਿ ਉਹਨੇ cos ਤੇ ਉੱਥੇ 0 ਬਣ ਜਾਣਾ ਪਰ ਸੀਕੈਂਟ ਆਪਾਂ ਡਿਫਾਈਨ ਕਰਵਾਉਣਾ ਵਾ ਇਸ ਕਰਕੇ cos x 0 ਨਹੀਂ ਹੋਣਾ ਚਾਹੀਦਾ। ਇਸ ਕਰਕੇ ਜਿਹੜੇ ਆਪਾਂ ਔਡ ਮਲਟੀਪਲ ਨਹੀਂ ਲੈਣੇ ਕਿਉਂਕਿ cos ਔਡ ਮਲਟੀਪਲ ਤੇ 0 ਹੁੰਦਾ। ਅੱਗੇ ਨੈਕਸਟ ਕੁਐਸਚਨ ਆ ਗਿਆ 23rd। ਹਾਂ ਇਹ ਕੁਐਸਚਨ ਦੇਖਦੇ ਹਾਂ। ਹਾਂ 23rd ਕੁਐਸਚਨ ਤੇ ਆ ਜਾਓ। 23rd फाइंड ऑल द पॉइंट्स ऑफ डिसकंटिन्यूटी। ये फिर बच्चे वही एट एक्स इक्वल टू सी लैके वाला आ गया क्वेश्चन है ठीक है। ये देख लो किवें करना इहदे विच आपां फिर वही एक्स सी लवांगे ठीक है जिवें पहलां करके आए हैं। सी एक बारी सी की वैल्यू लैस दैन 0 ठीक है। ये क्वेश्चन तुसीं आपे सॉल्व करना क्योंकि इहदे नाल दे मैं पहलां कर लिया। मैं सोल्यूशन तुहानूं इत्थे डिस्पले कर दिना। वेट बच्चे हाँ इधर देखो एक बारी एक्स आपां की लैनी है सी लैनी है 0 सी लैस दैन 0 सी ग्रेटर दैन 0। सब तो पहला मैं एक केस करवा देना सी ਜਦੋਂ सी की वैल्यू 0 तो छोटी है ठीक है। सो सी ਆਪਾਂ सब तो ਲੈਣੀ ਪਹਿਲਾਂ ਲੈਣੀ ਹੁੰਦੀ ਹੈ सी की वैल्यू ਜਦੋਂ 0 ਤੋਂ ਛੋਟੀ ਹੈ ਪਹਿਲਾਂ ਤਾਂ एफ सी ਕੱਢ ਲਿਆ ਉਹ sin c ਓਵਰ c ਆ ਜਾਣਾ ਲਿਮਟ x ਅਪਰੋਚ c f x। ਹੁਣ ਇਹ c ਤੋਂ 0 ਘੱਟ ਹੈ ਜੇ 0 ਦੀ ਵੈਲਿਊ ਘੱਟ ਹੋਈ ਤਾਂ ਫੰਕਸ਼ਨ ਕਿਹੜਾ ਲੈਣਾ ਤੁਸੀਂ sin x ਓਵਰ x। ਇੱਥੇ sin x ਓਵਰ x ਇੱਥੇ ਲਿਮਟ ਭਰਤੀ sin c ਓਵਰ c ਦੋਵੇਂ ਇਕੁਅਲ ਆ ਗਏ। ਸੋ ਇਸ ਕੇਸ ਦੇ ਵਿੱਚ ਕੀ ਹੋ ਗਿਆ ਫੰਕਸ਼ਨ ਕੰਟੀਨਿਊਸ ਹੋ ਗਿਆ x 0 ਦੇ ਕੇਸ ਦੇ ਵਿੱਚ। ਐਵੇਂ ਹੀ ਤੁਸੀਂ ਗ੍ਰੇਟਰ ਦੈਨ 0 ਵਾਲਾ ਪ੍ਰੂਵ ਕਰ ਲੈਣਾ ਉਹ ਵੀ ਕੰਟੀਨਿਊਸ ਹੋ ਜਾਣਾ ठीक है। ਐਵੇਂ ਹੀ ਤੁਸੀਂ c ਇਕੁਅਲਸ ਟੂ 0 ਵਾਲਾ ਲੈ ਲੈਣਾ ਠੀਕ ਹੈ। ਸੋ ਉਸ ਕੇਸ ਦੇ ਵਿੱਚ ਵੀ ਜਿਹੜੀ ਤੁਹਾਡੇ ਕੋਲੇ ਆਹ ਲੈਫਟ ਹੈਂਡ ਲਿਮਟ ਆ ਗਈ ਤੇ ਆ ਰਾਈਟ ਹੈਂਡ ਲਿਮਟ ਆ ਗਈ ਦੋਵੇਂ ਇਕੁਅਲ ਆ ਗਈਆਂ। ਉਸ ਕੇਸ ਦੇ ਵਿੱਚ ਵੀ ਫੰਕਸ਼ਨ ਆ ਜਿਹੜਾ ਕੀ ਆ ਕੰਟੀਨਿਊਸ ਹੋ ਜਾਣਾ ਆਪਣੇ ਕੋਲੇ ਠੀਕ ਹੈ। ਇਹ ਕੁਐਸਚਨ ਦਾ ਸੋਲੂਸ਼ਨ ਇਸ ਤਰ੍ਹਾਂ ਹੈ ਕਿਉਂਕਿ ਆਪਾਂ ਕਰ ਚੁੱਕੇ ਹਾਂ ਪਹਿਲਾਂ ਮੈਂ ਤਾਂ ਜਲਦੀ ਕਰਵਾਤਾ। ਅਗਲਾ ਕੁਐਸਚਨ ਇਹਦੇ ਨਾਲ ਦਾ ਆਪਾਂ ਗ੍ਰਾਫ ਤੇ ਕੀਤਾ ਸੀ। ਹੁਣ ਇਹ ਕੁਐਸਚਨ ਕਿਵੇਂ ਕਰਨਾ ਇਹ ਕੁਐਸਚਨ ਇਹਨੂੰ ਹੁਣ ਮੈਂ ਆਪਣੇ ਤਰੀਕੇ ਦੇ ਨਾਲ ਕਰਵਾਉਣਾ। ਇਹ ਕਹਿੰਦਾ ਵੀ डिटरमिन इफ f is continuous फंक्शन ਆਪਾਂ ਚੈੱਕ ਕਰਨਾ। ਸੋ ਇਹਨਾਂ ਨੇ ਉਵੇਂ ਬ੍ਰੇਕ ਕਰਕੇ ਕੀਤਾ ਹੋਇਆ ਬੱਚੇ ਚਲੋ ਦੇਖਦੇ ਆ ਜੇ ਐਵੇਂ ਕਰ ਲੈਂਦੇ ਆਪਾਂ। ਜਦੋਂ c ਨੋਨ ਜ਼ੀਰੋ ਹੈ ਉਹ ਐਫ ਸੀ ਦੀ ਵੈਲਿਊ ਕੀ ਆ ਜਾਣੀ ਹੈ ਸੀ ਸਕੁਅਰ ਸਾਈਨ 1/c ਤੇ ਲਿਮਟ x ਅਪਰੋਚਸ ਸੀ ਐਫ ਐਕਸ ਉਦੋਂ ਨੋਨ ਜ਼ੀਰੋ ਹੈ ਤਾਂ ਕੀ ਆ ਜਾਣਾ ਫਿਰ ਇਹ ਅਲੱਗ ਅਲੱਗ ਕਰ ਲਈ ਉਹਨਾਂ ਨੇ ਲਿਮਟ ਮਲਟੀਪਲਾਈ ਆ
ਇਹ ਵੀ ਉਹੀ ਸੇਮ ਹੀ ਆ ਗਿਆ, ਇਕੁਅਲ ਆ ਕੇ ਕੰਟੀਨਿਊਸ ਆ ਗਿਆ। ਜਦੋਂ C 0 ਆ ਉਦੋਂ ਫੰਕਸ਼ਨ ਬ੍ਰੇਕ ਹੋ ਜਾਣਾ। ਪਹਿਲਾਂ ਲੈਫਟ ਹੈਂਡ ਲਿਮਿਟ ਕੱਢ ਲਈ ਅਤੇ ਹੁਣ ਆਪਾਂ ਨੂੰ ਪਤਾ ਵਾ ਇਹ ਸਾਈਨ ਐਕਸ ਦੀ ਜਿਹੜੀ ਰੇਂਜ ਹੈ -1 ਅਤੇ 1 ਦੇ ਵਿੱਚ ਲਾਈ ਕਰਦੀ ਹੈ। ਜਦੋਂ C 0 ਹੈ ਪਹਿਲਾਂ ਤਾਂ F0 ਕੱਢ ਲਿਆ, ਜਦੋਂ C 0 ਹੈ ਤਾਂ F0 ਕੱਢ ਲਿਆ, ਉਹ ਕਿਹਦੇ ਬਰਾਬਰ ਆ ਗਿਆ 0 ਦੇ ਹੀ। ਹੁਣ ਜਦੋਂ C ਤੋਂ ਲੈਸ ਹੈ ਵੈਲਿਊ, C ਦੀ ਵੈਲਿਊ 0 ਤੋਂ ਲੈਸ ਹੈ, ਜਾਂ ਕਹਿ ਲਓ X ਦੀ ਵੈਲਿਊ 0 ਤੋਂ ਘੱਟ ਹੈ, ਇੱਥੇ C ਲਿਖਣਾ ਸੀ ਇਹਨਾਂ ਨੇ X ਲਿਖਤਾ, ਇੱਥੇ C ਆਉਣਾ ਸੀਗਾ C। ਸੋ ਅਲੱਗ ਅਲੱਗ ਕਰ ਲਿਆ। ਹੁਣ ਆਪਾਂ ਨੂੰ ਪਤਾ ਸਾਈਨ ਐਕਸ ਹੈ ਜਿਹੜਾ ਉਹ ਆਪਣੇ ਕੋਲੇ -1 ਦੇ 1 ਦੇ ਵਿੱਚ ਲਾਈ ਕਰਦਾ, ਠੀਕ ਹੈ। ਹੁਣ ਦੋਵਾਂ ਪਾਸੇ ਤੇ ਸਾਈਨ 1/x ਆ ਉਹ ਵੀ ਜਿਹੜਾ -1 ਦੇ 1 ਦੇ ਵਿੱਚ ਲਾਈ ਕਰੂਗਾ। ਇਹਨਾਂ ਨੇ ਮਲਟੀਪਲਾਈ ਕਰ ਲਈ ਐਕਸ ਸਕੇਅਰ ਨਾਲ, ਇੱਥੇ -1 ਨੂੰ ਵੀ ਐਕਸ ਸਕੇਅਰ ਨਾਲ, ਇਹਨੂੰ ਵੀ ਐਕਸ ਸਕੇਅਰ ਨਾਲ, ਇਹਨੂੰ ਵੀ ਐਕਸ ਸਕੇਅਰ ਨਾਲ। ਉਸ ਤੋਂ ਬਾਅਦ ਲਿਮਿਟ ਅਪਲਾਈ ਕਰਵਾਤੀ, ਲਿਮਿਟ ਐਕਸ ਅਪਰੋਚਸ ਟੂ 0, ਠੀਕ ਹੈ। ਇੱਥੇ ਲਿਮਿਟ ਭਰਤੀ, ਇਹ ਵੀ 0 ਆ ਗਿਆ, ਇਹ ਵੀ 0 ਆ ਗਿਆ। ਆਪਣੇ ਕੋਲ ਸਕਵੀਜ਼ ਪ੍ਰਿੰਸੀਪਲ ਹੁੰਦਾ ਹੈ, ਜੇ ਕੋਈ ਲਿਮਿਟ ਹੈ ਜਿਹੜੀ ਉਹ ਦੋ ਵੈਲਿਊਜ਼ ਦੇ ਵਿੱਚ ਲਾਈ ਕਰਦੀ ਹੋਵੇ, ਠੀਕ ਹੈ, ਸੇਮ ਵੈਲਿਊਜ਼ ਦੇ ਵਿੱਚ, ਤਾਂ ਉਸ ਲਿਮਿਟ ਦੀ ਵੈਲਿਊ ਵੀ ਉਹੀ ਹੋ ਜਾਂਦੀ ਹੈ। ਇਸ ਕਰਕੇ ਇਸ ਲਿਮਿਟ ਦੀ ਵੈਲਿਊ ਵੀ ਜਿਹੜੀ ਤੁਹਾਡੇ ਕੋਲ ਕੀ ਹੋ ਜਾਣੀ ਹੈ 0 ਹੀ ਹੋ ਜਾਣੀ ਹੈ। ਇੱਥੋਂ ਆਪਣੇ ਕੋਲ ਇਹ ਪ੍ਰੂਵ ਹੋ ਗਿਆ। ਐਵੇਂ ਹੀ ਦੂਸਰਾ ਕੇਸ ਹੈ, ਉਹ ਵੀ ਤੁਸੀਂ ਐਜ਼ ਇਟ ਇਜ਼ ਹੀ ਲਿਖ ਦੇਣਾ, ਠੀਕ ਹੈ। ਇਹ ਵੀ 0 ਦੇ ਇਕੁਅਲ ਹੋ ਗਿਆ। ਸੋ ਇਹ ਵੀ ਆਪਣੇ ਕੋਲੇ ਜਿਹੜਾ ਐਟ x = 0 ਹੈ, ਫੰਕਸ਼ਨ ਕੀ ਹੈ F0 ਦੀ ਵੈਲਿਊ ਵੀ 0 ਆ ਗਈ, ਲਿਮਿਟ x ਲੈਫਟ ਹੈਂਡ ਲਿਮਿਟ ਦੀ ਵੀ ਵੈਲਿਊ 0 ਆ ਗਈ, ਇਹਦੀ ਵੀ 0 ਆ ਗਈ। ਸੋ ਇਹ ਕੁਐਸਚਨ ਆਪਾਂ ਇਸ ਤਰ੍ਹਾਂ ਸੋਲਵ ਕਰਨਾ ਸੀ। ਬਾਕੀ ਬੱਚੇ ਕੁਐਸਚਨ ਸੇਮ ਇਹਦੇ ਨਾਲ ਦੇ ਹੀ ਆ, ਠੀਕ ਹੈ। ਸੋ ਅੱਜ ਲਈ ਇੰਨਾ ਹੀ, ਬਾਕੀ ਲੈਕਚਰ ਆਪਾਂ ਫਿਰ ਉਹ ਬੋਰਡ 'ਤੇ ਕਰਾਂਗੇ। ਸੋ ਅੱਜ ਲਈ ਜਿਹੜੇ ਕੁਐਸਚਨ ਨੰਬਰ ਤੁਸੀਂ 24 25 ਤੱਕ ਆ, ਆਪਾਂ ਅੱਜ 24 ਤੱਕ ਕਰ ਲਏ, ਇੱਥੋਂ ਤੱਕ ਕੰਪਲੀਟ ਕਰ ਲਿਓ। ਅੱਜ ਲਈ ਤੁਹਾਨੂੰ ਮੈਂ ਥੋੜ੍ਹਾ ਕੰਮ ਹੀ ਕਰਵਾਇਆ, ਫਿਰ ਬੋਰਡ 'ਤੇ ਆਪਾਂ ਜਿਹੜੀ ਹੈ ਨੈਕਸਟ ਟਾਈਮ ਇਹ ਐਕਸਰਸਾਈਜ਼ ਜਿਹੜੀ ਇਹ ਉਹ ਆਪਾਂ ਖ਼ਤਮ ਕਰ ਦਾਂਗੇ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।